ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤਮਈ ਬਾਣੀ ਦੇ ਵਿੱਚ ਜਿਹੜੇ 15 ਭਗਤ ਸਾਹਿਬਾਨ ਦੇ ਅੰਮ੍ਰਿਤਮਈ ਬਚਨ ਦਰਜ ਨੇ, ਇਹਨਾਂ ਦੇ ਵਿੱਚੋਂ ਇਸ ਤੋਂ ਪਹਿਲਾਂ ਭਗਤ ਪੀਪਾ ਜੀ ਦੇ ਜੀਵਨ ਦੇ ਸੰਬੰਧ ਦੇ ਵਿੱਚ ਵਿਚਾਰ ਆਪਾਂ ਸਾਂਝੀ ਕੀਤੀ ਸੀ। ਅੱਜ ਭਗਤ ਕਬੀਰ ਜੀ ਦੇ ਜੀਵਨ ਦੀ ਸੰਖੇਪ ਜੀ ਵਿਚਾਰ ਆਪਾਂ ਕਰਨੀ ਹੈ। ਭਗਤ ਕਬੀਰ ਜੀ ਦਾ ਜਨਮ 1398 ਈਸਵੀ ਦੇ ਵਿੱਚ ਬਨਾਰਸ ਸ਼ਹਿਰ ਦੇ ਵਿੱਚ, ਜਿਹਨੂੰ ਪਹਿਲਾਂ ਸ਼ਿਵਪੁਰੀ ਵੀ ਕਿਹਾ ਜਾਂਦਾ ਸੀ, ਫਿਰ ਬਨਾਰਸ ਕਾਸ਼ੀ ਵੀ ਆਖਿਆ ਗਿਆ, ਅਤੇ ਮੌਜੂਦਾ ਇਹਦਾ ਜਿਹੜਾ ਪ੍ਰਚਲਿਤ ਨਾਮ ਹੈ ਉਹ ਵਾਰਾਣਸੀ ਹੈ। ਇਹ ਸ਼ਹਿਰ ਦੇ ਵਿੱਚ 1398 ਈਸਵੀ ਦੇ ਵਿੱਚ ਭਗਤ ਕਬੀਰ ਜੀ ਦਾ ਜਨਮ ਹੋਇਆ ਸੀ। ਕਬੀਰ ਜੀ ਦੀ ਮਾਤਾ ਦਾ ਨਾਮ ਹੈ ਮਾਤਾ ਨੀਮਾ ਜੀ, ਅਤੇ ਪਿਤਾ ਜੀ ਦਾ ਨਾਮ ਹੈ ਬਾਬਾ ਨੀਰੂ ਜੀ। ਸਮਾਜਿਕ ਤੌਰ 'ਤੇ ਜਲਾਹਾ ਬਰਾਦਰੀ ਦੇ ਨਾਲ ਸੰਬੰਧਿਤ ਨੇ, ਇਸ ਕਰਕੇ ਸਮਾਜਿਕ ਤੌਰ 'ਤੇ ਅਖੌਤੀ ਤੌਰ 'ਤੇ ਇੱਕ ਨੀਵੀਂ ਬਰਾਦਰੀ ਦੇ ਨਾਲ, ਸ਼ੂਦਰ ਸ਼੍ਰੇਣੀ ਦੇ ਨਾਲ ਸੰਬੰਧਿਤ ਇਹਨਾਂ ਨੂੰ ਮੰਨਿਆ ਗਿਆ, ਜਿਸ ਕਰਕੇ ਭਗਤ ਕਬੀਰ ਜੀ ਨੂੰ ਪਰਮਾਤਮਾ ਦਾ ਨਾਮ ਜਪਣ ਦੇ ਵਾਸਤੇ, ਭਗਤੀ ਕਰਨ ਦੇ ਵਾਸਤੇ ਜਾਂ ਭਗਤੀ ਦੇ ਮਾਰਗ ਦੇ ਉੱਪਰ ਚੱਲਦਿਆਂ ਹੋਇਆਂ ਬਹੁਤ ਸਾਰੀਆਂ ਔਕੜਾਂ ਦਾ ਸਾਹਮਣਾ ਵੀ ਕਰਨਾ ਪਿਆ, ਅਤੇ ਆਪਣੇ ਜੀਵਨ ਦੇ ਵਿੱਚ ਬਹੁਤ ਜ਼ਿਆਦਾ ਸੰਘਰਸ਼ ਵੀ ਇਹਨਾਂ ਨੂੰ ਕਰਨਾ ਪਿਆ। ਅਤੇ ਇਹਦੇ ਨਾਲ ਇਹ ਵੀ ਹੈ ਕਿ ਭਗਤ ਕਬੀਰ ਜੀ ਨੇ ਜੋ ਅੰਮ੍ਰਿਤਮਈ ਬਚਨ ਉਚਾਰਨ ਕੀਤੇ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕਬੀਰ ਜੀ ਦੀ ਉਚਾਰਨ ਕੀਤੀ ਜਿਹੜੀ ਪਾਵਨ ਬਾਣੀ ਦਰਜ ਹੈ, ਕਬੀਰ ਜੀ ਦੇ ਉਹ ਬਚਨ ਸਮਾਜਿਕ ਪੱਖ ਤੋਂ, ਧਾਰਮਿਕ ਪੱਖ ਤੋਂ, ਰਾਜਨੀਤਿਕ ਪੱਖ ਤੋਂ ਬਹੁਤ ਕ੍ਰਾਂਤੀਕਾਰੀ ਨੇ। ਇਹੀ ਕਾਰਨ ਹੈ ਕਿ ਭਗਤ ਕਬੀਰ ਜੀ ਨੂੰ ਇੱਕ ਕ੍ਰਾਂਤੀਕਾਰੀ ਭਗਤ ਦੇ ਤੌਰ 'ਤੇ ਜਾਣਿਆ ਜਾਂਦਾ ਹੈ, ਜਿਨ੍ਹਾਂ ਨੇ ਹਰ ਪ੍ਰਕਾਰ ਦੀਆਂ ਕੁਰੀਤੀਆਂ ਦਾ ਡਟ ਕੇ ਵਿਰੋਧ ਕੀਤਾ। ਉਹ ਕੁਰੀਤੀਆਂ ਭਾਵੇਂ ਸਮਾਜਿਕ ਸੀ ਜਾਂ ਧਾਰਮਿਕ ਸੀ ਜਾਂ ਰਾਜਨੀਤਿਕ ਸੀ, ਅਤੇ ਲੋਕਾਂ ਨੂੰ, ਸਮਾਜ ਨੂੰ, ਮਾਨਵਤਾ ਨੂੰ ਇੱਕ ਅਕਾਲ ਪੁਰਖ ਦਾ ਨਾਮ ਜਪਣ ਦੇ ਵਾਸਤੇ ਪ੍ਰੇਰਿਤ ਕੀਤਾ। ਕਬੀਰ ਜੀ ਨੇ ਆਪਣਾ ਤਕਰੀਬਨ ਜੀਵਨ ਦਾ ਬਹੁਤਾ ਹਿੱਸਾ ਬਨਾਰਸ ਨਗਰ ਦੇ ਵਿੱਚ ਹੀ ਬਤੀਤ ਕੀਤਾ ਸੀ। ਵੱਡੇ ਵੱਡੇ ਵਿਦਵਾਨ ਬ੍ਰਾਹਮਣਾਂ ਦਾ, ਪੰਡਤਾਂ ਦਾ ਇਹਨੂੰ ਗੜ੍ਹ ਮੰਨਿਆ ਜਾਂਦਾ ਸੀ। ਦੂਰ ਦੂਰ ਤੋਂ ਲੋਕ ਕਾਸ਼ੀ ਦੇ ਵਿੱਚ ਵਿੱਦਿਆ ਪ੍ਰਾਪਤ ਕਰਨ ਦੇ ਵਾਸਤੇ ਆਉਂਦੇ ਸੀ, ਅਤੇ ਉਹਨਾਂ ਬ੍ਰਾਹਮਣਾਂ ਦੇ ਵੱਲੋਂ ਭਗਤ ਕਬੀਰ ਜੀ ਦਾ ਰੱਜ ਕੇ ਵਿਰੋਧ ਕੀਤਾ ਗਿਆ ਸੀ ਕਿ ਇਹ ਇੱਕ ਸ਼ੂਦਰ ਹੋ ਕੇ ਪਰਮਾਤਮਾ ਦਾ ਨਾਮ ਇਹ ਨਹੀਂ ਜਪ ਸਕਦਾ, ਇਹਦੇ ਕੋਲ ਪਰਮਾਤਮਾ ਦੀ ਭਗਤੀ ਕਰਨ ਦਾ ਅਧਿਕਾਰ ਨਹੀਂ ਹੈ। ਕਈ ਤਰ੍ਹਾਂ ਦੀਆਂ ਜਿਹੜੀਆਂ ਕਠਿਨਾਈਆਂ, ਕਈ ਪ੍ਰਕਾਰ ਦੇ ਵਿਘਨ ਕਬੀਰ ਜੀ ਦੇ ਰਸਤੇ ਦੇ ਵਿੱਚ ਖੜ੍ਹੇ ਕਰਨ ਦਾ ਵੀ ਯਤਨ ਕੀਤਾ ਗਿਆ। ਭਗਤ ਕਬੀਰ ਜੀ ਭਗਤ ਰਾਮਾਨੰਦ ਜੀ ਤੋਂ ਬਹੁਤ ਪ੍ਰਭਾਵਿਤ ਸੀ, ਅਤੇ ਭਗਤ ਕਬੀਰ ਜੀ ਇਹ ਚਾਹੁੰਦੇ ਸੀ ਕਿ ਭਗਤ ਰਾਮਾਨੰਦ ਜੀ ਉਹਨਾਂ ਨੂੰ ਆਪਣੇ ਸ਼ਿਸ਼ ਦੇ ਰੂਪ ਦੇ ਵਿੱਚ ਸਵੀਕਾਰ ਕਰਨ, ਇੱਕ ਵਿਦਿਆਰਥੀ ਦੇ ਰੂਪ ਦੇ ਵਿੱਚ ਸਵੀਕਾਰ ਕਰਨ, ਅਤੇ ਉਹਨਾਂ ਨੂੰ ਆਤਮਿਕ ਗਿਆਨ ਦਾ ਉਪਦੇਸ਼ ਦ੍ਰਿੜ ਕਰਵਾਉਣ। ਪਰ ਕਬੀਰ ਜੀ ਦੇ ਮਨ ਦੇ ਵਿੱਚ ਇਹ ਸ਼ੰਕਾ ਸੀ ਕਿ ਭਗਤ ਰਾਮਾਨੰਦ ਜੀ ਬ੍ਰਾਹਮਣ ਸ਼੍ਰੇਣੀ ਦੇ ਵਿੱਚੋਂ ਆਉਂਦੇ ਨੇ, ਮੈਂ ਇੱਕ ਸ਼ੂਦਰ ਹਾਂ, ਅਤੇ ਇਹ ਹੋ ਸਕਦਾ ਹੈ ਕਿ ਉਹ ਇੱਕ ਨੀਵੀਂ ਜਾਤ ਵਾਲੇ ਨੂੰ ਆਪਣਾ ਚੇਲਾ, ਆਪਣਾ ਵਿਦਿਆਰਥੀ ਸਵੀਕਾਰ ਨਾ ਕਰਨ।
ਤੇ ਭਾਈ ਗੁਰਦਾਸ ਜੀ ਨੇ ਫਿਰ ਆਪਣੀ ਵਾਰ ਦੇ ਵਿੱਚ ਇੱਕ ਪੌੜੀ ਦੇ ਵਿੱਚ ਕਬੀਰ ਜੀ ਦੇ ਸੰਬੰਧ ਦੇ ਵਿੱਚ ਜ਼ਿਕਰ ਕੀਤਾ ਹੈ। ਜਿਸ ਪ੍ਰਕਾਰ ਕਬੀਰ ਜੀ ਨੇ ਭਗਤ ਰਾਮਾਨੰਦ ਜੀ ਤੋਂ ਪਰਮਾਤਮਾ ਦਾ ਨਾਮ ਜਪਣ ਦਾ ਜਿਹੜਾ ਉਪਦੇਸ਼ ਹੈ ਇਹ ਪ੍ਰਾਪਤ ਕੀਤਾ, ਉਹਦੇ ਸੰਬੰਧ ਦੇ ਵਿੱਚ ਇੱਕ ਘਟਨਾ ਦਾ ਜ਼ਿਕਰ ਭਾਈ ਗੁਰਦਾਸ ਜੀ ਨੇ ਆਪਣੀਆਂ ਵਾਰਾਂ ਦੇ ਵਿੱਚ ਕੀਤਾ ਹੈ। ਇਹ ਬਚਨ ਉੱਥੇ ਭਾਈ ਗੁਰਦਾਸ ਜੀ ਨੇ ਕਹੇ, ਕਹਿੰਦੇ ਹੋਏ ਬਿਰਖਤ ਬਨਾਰਸੀ ਰਹਿੰਦਾ ਰਾਮਾਨੰਦ ਗੁਸਾਈ, ਅੰਮ੍ਰਿਤ ਵੇਲੇ ਉੱਠ ਕੇ ਜਾਂਦਾ ਗੰਗਾ ਨਹਾਵਣ ਤਾਈਂ। ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਭਗਤ ਰਾਮਾਨੰਦ ਜਿਹੜੇ ਬਨਾਰਸ ਦੇ ਵਿੱਚ ਰਹਿੰਦੇ ਨੇ, ਰੋਜ਼ਾਨਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨ ਦੇ ਵਾਸਤੇ ਗੰਗਾ ਨਦੀ ਦੇ ਕਿਨਾਰੇ 'ਤੇ ਜਾਇਆ ਕਰਦੇ ਨੇ। ਅੱਗੇ ਫਿਰ ਇਹ ਬਚਨ ਕਹੇ, ਕਹਿੰਦੇ ਅੱਗੋਂ ਹੀ ਦੇ ਜਾਏ ਕੈ ਲੰਮਾ ਪਿਆ ਕਬੀਰ ਤਿਥਾਈ, ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ। ਕਹਿੰਦੇ ਅੰਮ੍ਰਿਤ ਵੇਲੇ ਦਾ ਸਮਾਂ ਸੀ, ਹਨੇਰਾ ਸੀ। ਕਬੀਰ ਜੀ ਉਸ ਪਗਡੰਡੀ 'ਤੇ ਜਾ ਕੇ ਲੰਮੇ ਪੈ ਗਏ, ਜਿਸ ਪਗਡੰਡੀ ਤੋਂ, ਜਿਸ ਰਸਤੇ ਤੋਂ ਲੰਘ ਕੇ ਭਗਤ ਰਾਮਾਨੰਦ ਜੀ ਇਸ਼ਨਾਨ ਕਰਨ ਦੇ ਵਾਸਤੇ ਜਾਇਆ ਕਰਦੇ ਨੇ। ਜਦੋਂ ਜਾਂਦਿਆਂ ਰਸਤੇ ਦੇ ਵਿੱਚ ਭਗਤ ਰਾਮਾਨੰਦ ਜੀ ਦਾ ਚਰਨ ਸਪਰਸ਼ ਕੀਤਾ ਕਬੀਰ ਜੀ ਦੇ ਸਰੀਰ ਦੇ ਨਾਲ, ਪਤਾ ਚੱਲਿਆ ਕਿ ਕੋਈ ਇਨਸਾਨ ਹੈ, ਕੋਈ ਮਨੁੱਖ ਹੈ ਜਿਹੜਾ ਪਿਆ ਹੈ ਲੰਮਾ। ਤੇ ਭਗਤ ਰਾਮਾਨੰਦ ਜੀ ਨੇ ਸੁਭਾਵਿਕ ਉੱਥੇ ਬਚਨ ਵਰਤੇ, ਉੱਠ ਰਾਮ ਕੇ ਰਾਮ ਬੋਲ, ਪੈਰੀ ਟੁੰਬ ਉਠਾ ਲਿਆ ਬੋਲੋ ਰਾਮ ਸਿੱਖ ਸਮਝਾਈ। ਤੇ ਭਗਤ ਰਾਮਾਨੰਦ ਜੀ ਨੇ ਇਹ ਬਚਨ ਸੁਭਾਵਿਕ ਕਬੀਰ ਜੀ ਨੂੰ ਕਿਹਾ। ਕਹਿੰਦੇ ਇਹ ਜਿਹੜਾ ਸਮਾਂ ਹੈ ਇਹ ਸੌਂ ਕੇ ਅਜਾਈਂ ਗਵਾਉਣ ਦਾ ਟਾਈਮ ਸਮਾਂ ਨਹੀਂ ਹੈ। ਅੰਮ੍ਰਿਤ ਵੇਲੇ ਦਾ ਸਮਾਂ ਪਰਮਾਤਮਾ ਦਾ ਨਾਮ ਜਪਣ ਦਾ ਸਮਾਂ ਹੈ, ਪਰਮਾਤਮਾ ਦੀ ਭਗਤੀ ਕਰਨ ਦਾ ਸਮਾਂ ਹੈ। ਇਸ ਕਰਕੇ ਜਿਸ ਕਾਰਜ ਦੇ ਵਾਸਤੇ ਮਨੁੱਖਾ ਸਰੀਰ ਪਰਮਾਤਮਾ ਨੇ ਤੈਨੂੰ ਦਿੱਤਾ ਹੈ, ਇਹ ਸਮਾਂ ਉਹ ਹੈ ਕਿ ਉਹ ਕਾਰਜ ਦੇ ਵਿੱਚ ਲੱਗ। ਇਸ ਕਰਕੇ ਪਰਮਾਤਮਾ ਨੇ ਜੇ ਇਹ ਮਨੁੱਖਾ ਸਰੀਰ ਦਿੱਤਾ ਹੈ, ਕਿਰਪਾ ਕੀਤੀ ਹੈ, ਤੇ ਤੇਰਾ ਇਹ ਫਰਜ਼ ਬਣਦਾ ਹੈ ਕਿ ਤੂੰ ਫਿਰ ਪਰਮਾਤਮਾ ਦਾ ਨਾਮ ਜਪੇ। ਇਸੇ ਕਰਕੇ ਬਚਨ ਕਿਹਾ, ਉੱਠ ਰਾਮ ਕੇ ਆਰਾਮ ਬੋਲ। ਕਿਉਂਕਿ ਸਾਨੂੰ ਗੁਰਬਾਣੀ ਦੇ ਵਿੱਚ ਇਹ ਸਮਝਾਇਆ ਗਿਆ ਹੈ ਕਿ ਇਹ ਮਨੁੱਖਾ ਸਰੀਰ ਪਰਮਾਤਮਾ ਦਾ ਨਾਮ ਜਪਣ ਦੇ ਵਾਸਤੇ ਮਿਲਿਆ ਹੈ। ਤੇ ਜੇ ਮਨੁੱਖ ਸਰੀਰ ਪ੍ਰਾਪਤ ਕਰਕੇ ਮਨੁੱਖਾ ਜਾਮੇ ਦੇ ਵਿੱਚ ਆ ਕੇ ਅਸੀਂ ਨਾਮ ਨਹੀਂ ਜਪਦੇ ਤੇ ਇਹ ਜਿਹੜਾ ਜਨਮ ਹੈ ਸਾਡਾ ਵਿਅਰਥ ਹੈ। ਭਈ ਪ੍ਰਾਪਤ ਮਾਨੁਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੈ ਨ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਤੇ ਜੇ ਅਸੀਂ ਸਤਿਗੁਰੂ ਦੀ ਸੰਗਤ ਦੇ ਵਿੱਚ ਨਹੀਂ ਆਉਂਦੇ, ਜੇ ਅਸੀਂ ਪਰਮਾਤਮਾ ਦਾ ਨਾਮ ਨਹੀਂ ਜਪਦੇ, ਤੇ ਫਿਰ ਇਹ ਵੀ ਬਚਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਬਖਸ਼ਿਸ਼ ਕੀਤੇ, ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਥ ਕੀ। ਕਹਿੰਦੇ ਫਿਰ ਇਹ ਜਿਹੜਾ ਮਨੁੱਖਾ ਜਨਮ ਹੈ ਤੂੰ ਆਪਣਾ ਵਿਅਰਥ ਗਵਾ ਰਿਹਾ ਹੈ, ਅਜਾਈਂ ਗਵਾ ਰਿਹਾ ਹੈ। ਸੋ ਇਸੇ ਤਰ੍ਹਾਂ ਭਗਤ ਕਬੀਰ ਜੀ ਨੂੰ ਭਗਤ ਰਾਮਾਨੰਦ ਜੀ ਨੇ ਉਪਦੇਸ਼ਿਤ ਕੀਤਾ ਪਰਮਾਤਮਾ ਦਾ ਨਾਮ ਜਪਣ ਦੇ ਵਾਸਤੇ, ਭਗਤੀ ਕਰਨ ਦੇ ਲਈ। ਤੇ ਕਬੀਰ ਜੀ ਨੂੰ ਆਪਣੇ ਸ਼ਿਸ਼, ਆਪਣੇ ਚੇਲੇ ਦੇ ਰੂਪ ਦੇ ਵਿੱਚ ਭਗਤ ਰਾਮਾਨੰਦ ਜੀ ਨੇ ਸਵੀਕਾਰ ਕੀਤਾ। ਇਸ ਤੋਂ ਉਪਰੰਤ ਭਗਤ ਕਬੀਰ ਜੀ ਪਰਮਾਤਮਾ ਦੇ ਨਾਮ ਜਪਣ ਦੇ ਵਿੱਚ, ਪਰਮਾਤਮਾ ਦੀ ਭਗਤੀ ਕਰਨ ਵਾਲੇ ਪਾਸੇ ਲੱਗੇ। ਮੌਕੇ ਦੇ ਜਿਹੜੇ ਜਾਤ ਅਭਿਮਾਨੀ ਬ੍ਰਾਹਮਣ ਸੀ, ਜਿਨ੍ਹਾਂ ਨੂੰ ਆਪਣੇ ਬ੍ਰਾਹਮਣ ਹੋਣ ਦਾ ਹੰਕਾਰ ਬਹੁਤ ਜ਼ਿਆਦਾ ਸੀ, ਸ਼ੂਦਰਾਂ ਦਾ ਪਰਛਾਵਾਂ ਤੱਕ ਆਪਣੇ ਉੱਪਰ ਨਹੀਂ ਸੀ ਪੈਣ ਦਿੰਦੇ। ਸਮਝਦੇ ਸੀ ਕਿ ਜੇ ਕਿਸੇ ਸ਼ੂਦਰ ਦਾ ਪਰਛਾਵਾਂ ਵੀ ਸਾਡੇ 'ਤੇ ਪੈ ਜਾਏ ਤੇ ਅਸੀਂ ਤਾਂ ਭਿੱਟੇ ਜਾਵਾਂਗੇ, ਭ੍ਰਿਸ਼ਟ ਹੋ ਜਾਵਾਂਗੇ। ਉਹਨਾਂ ਦੇ ਨਾਲ ਕਬੀਰ ਜੀ ਨੇ ਬਹੁਤ ਵਾਰੀ ਬਹਿਸ ਕੀਤੀ, ਉਹਨਾਂ ਨੂੰ ਇਹ ਸਮਝਾਉਣ ਦਾ ਵੀ ਯਤਨ ਕੀਤਾ। ਅੰਮ੍ਰਿਤਮਈ ਬਾਣੀ ਦੇ ਵਿੱਚ ਕੁਝ ਐਸੇ ਪਾਵਨ ਸ਼ਬਦ ਕਬੀਰ ਜੀ ਦੇ ਮਿਲਦੇ ਨੇ, ਪੰਡਿਆ ਕਵਨ ਕੁਮਤ ਤੁਮ ਲਾਗੇ, ਬੂਡੋਗੇ ਪਰਿਵਾਰ ਸਕਲ ਸਿਓ, ਰਾਮ ਨਾ ਜਪੋ ਹਭਾਗੇ।
ਕਹਿੰਦੇ ਇਹ ਪੰਡਤ, ਇਹ ਕਿਹੜੀ ਪੁੱਠੀ ਮੱਤ ਤੁਸੀਂ ਫੜੀ ਹੋਈ ਹੈ। ਸੱਚ ਇਹ ਹੈ ਕਿ ਜੇ ਤੁਸੀਂ ਪਰਮਾਤਮਾ ਦਾ ਨਾਮ ਨਹੀਂ ਜਪਦੇ ਤੇ ਤੁਹਾਡਾ ਇਹ ਸੰਸਾਰ ਸਮੁੰਦਰ ਦੇ ਵਿੱਚ ਡੁੱਬਣਾ ਯਕੀਨੀ ਹੈ। ਤੁਹਾਡੀ ਜਾਤ ਦਾ ਜਿਹੜਾ ਅਭਿਮਾਨ ਹੈ ਇਹ ਤੁਹਾਨੂੰ ਕਿਸੇ ਵੀ ਤਰੀਕੇ ਬਚਾ ਨਹੀਂ ਸਕਦਾ। ਇਸੇ ਕਰਕੇ ਕਬੀਰ ਜੀ ਨੇ ਇਹ ਬਚਨ ਵੀ ਕਹੇ। ਕਿਸੇ ਪੰਡਤ ਦੇ ਨਾਲ ਜਦੋਂ ਗੋਸ਼ਟ ਹੋਈ, ਸੰਵਾਦ ਹੋਇਆ, ਤੇ ਉਹਨੂੰ ਸਪਸ਼ਟ ਕਬੀਰ ਜੀ ਨੇ ਇੱਥੋਂ ਤੱਕ ਬਚਨ ਕਹਿ ਦਿੱਤੇ। ਕਹਿੰਦੇ ਜੋ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ, ਤਉ ਆਨ ਬਾਟ ਕਾਹੇ ਨਹੀਂ ਆਇਆ। ਤੁਮ ਕਤ ਬ੍ਰਾਹਮਣ ਹਮ ਕਤ ਸੂਦ, ਹਮ ਕਤ ਲੋਹੂ ਤੁਮ ਕਤ ਦੂਧ। ਕਹਿੰਦੇ ਜੇ ਤੂੰ ਬ੍ਰਾਹਮਣ ਹੈ ਤੇ ਤੂੰ ਜਿਵੇਂ ਸਾਡਾ ਇਹ ਸੰਸਾਰ ਦੇ ਵਿੱਚ ਜਨਮ ਹੋਇਆ ਇਵੇਂ ਹੀ ਤੇਰਾ ਜਨਮ ਵੀ ਹੋਇਆ। ਕੋਈ ਤੂੰ ਵੱਖਰੇ ਤਰੀਕੇ ਦੇ ਨਾਲ ਇਹ ਸੰਸਾਰ ਦੇ ਵਿੱਚ ਨਹੀਂ ਜਨਮਿਆ। ਜੇ ਤੂੰ ਬ੍ਰਾਹਮਣ ਹੋ ਕੇ ਸਾਡੇ ਤੋਂ ਉੱਚਾ ਹੈ ਤੇ ਅਸੀਂ ਸ਼ੂਦਰ ਹੋ ਕੇ ਤੇਰੇ ਤੋਂ ਬਹੁਤ ਨੀਵੇਂ ਹਾਂ, ਫਿਰ ਤੂੰ ਇਹ ਦੱਸ ਕੇ ਸਾਡੀਆਂ ਨਾੜਾਂ ਦੇ ਵਿੱਚ ਤਾਂ ਲਹੂ ਹੈ, ਖੂਨ ਵਗਦਾ ਹੈ, ਤੇ ਕੀ ਤੇਰੀਆਂ ਨਾੜਾਂ ਦੇ ਵਿੱਚ ਦੁੱਧ ਵਗਦਾ ਹੈ? ਜੇ ਤੂੰ ਸਾਡੇ ਤੋਂ ਉੱਚਾ ਹੈ, ਸਾਡੇ ਤੋਂ ਵੱਖਰਾ ਹੈ, ਜੇ ਤੂੰ ਸਾਡੇ ਵਰਗਾ ਨਹੀਂ। ਇਹਦਾ ਭਾਵ ਇਹ ਹੈ ਕਿ ਜੇ ਸਾਡੀਆਂ ਨਾੜਾਂ 'ਚ ਖੂਨ ਵਗਦਾ ਹੈ ਤੇ ਤੇਰੀਆਂ ਨਾੜਾਂ ਦੇ ਵਿੱਚ ਤਾਂ ਫਿਰ ਦੁੱਧ ਵਗਣਾ ਚਾਹੀਦਾ ਹੈ। ਇਸੇ ਕਰਕੇ ਅਖੀਰ ਦੇ ਵਿੱਚ ਕਬੀਰ ਜੀ ਨੇ ਇਹ ਬਚਨ ਉਸ ਬ੍ਰਾਹਮਣ ਨੂੰ ਆਖਿਆ। ਕਹਿੰਦੇ ਕਉ ਕਬੀਰ ਜੋ ਬ੍ਰਹਮ ਵਿਚਾਰੈ, ਸੋ ਬ੍ਰਾਹਮਣ ਕਹੀਅਤ ਹੈ ਹਮਾਰੇ। ਕਹਿੰਦੇ ਜਿਹੜਾ ਬ੍ਰਹਮ ਦੀ ਵਿਚਾਰ ਕਰਦਾ ਹੈ, ਇੱਕ ਅਕਾਲ ਪੁਰਖ ਪਰਮਾਤਮਾ ਦੇ ਨਾਮ ਦੀ ਵਿਚਾਰ ਕਰਦਾ ਹੈ, ਸਾਡੀ ਮੱਤ ਦੇ ਮੁਤਾਬਕ ਤਾਂ ਬ੍ਰਾਹਮਣ ਕੇਵਲ ਉਸੇ ਨੂੰ ਕਿਹਾ ਜਾ ਸਕਦਾ ਹੈ। ਸਰੀਰ ਕਰਕੇ ਕਿਹੜੀ ਜਾਤ, ਕਿਹੜੀ ਸ਼੍ਰੇਣੀ, ਕਿਹੜੇ ਵਰਨ, ਕਿਹੜੇ ਵਰਗ ਦੇ ਨਾਲ ਸੰਬੰਧਿਤ ਹੈ, ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ। ਬ੍ਰਾਹਮਣ ਉਹ ਹੈ ਜੋ ਬ੍ਰਹਮ ਦੀ ਵਿਚਾਰ ਕਰਕੇ ਉਹਨੂੰ ਆਪਣੇ ਹਿਰਦੇ ਦੇ ਵਿੱਚ ਧਾਰਨ ਕਰ ਲੈਂਦਾ ਹੈ। ਤੇ ਕਬੀਰ ਜੀ ਦੇ ਇਹਨਾਂ ਕ੍ਰਾਂਤੀਕਾਰੀ ਵਿਚਾਰਾਂ ਦਾ ਹੀ ਸਿੱਟਾ ਸੀ ਕਿ ਕਬੀਰ ਜੀ ਦੇ ਉੱਪਰ ਬਹੁਤ ਸਾਰੇ ਝੂਠੇ ਦੋਸ਼ ਵੀ ਲਾਏ ਗਏ, ਇਲਜ਼ਾਮ ਵੀ ਲਾਏ ਗਏ। ਚੋਰੀ ਦਾ ਦੋਸ਼ ਵੀ ਕਬੀਰ ਜੀ ਦੇ ਉੱਪਰ ਲਾਇਆ ਤੇ ਕਈ ਤਰ੍ਹਾਂ ਦੇ ਦੋਸ਼ ਲਾ ਕੇ ਕਬੀਰ ਜੀ ਨੂੰ ਗ੍ਰਿਫਤਾਰ ਵੀ ਕਰਵਾ ਦਿੱਤਾ ਗਿਆ ਸੀ। ਵਕਤ ਦੀ ਹਕੂਮਤ ਦੇ ਵੱਲੋਂ ਭਗਤ ਕਬੀਰ ਜੀ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਗਈ, ਸਜ਼ਾਏ ਮੌਤ ਵੀ ਦਿੱਤੀ ਗਈ। ਤੇ ਇਹਦੇ ਵਾਸਤੇ ਕਬੀਰ ਜੀ ਨੂੰ ਬੰਨ੍ਹ ਕੇ ਚੰਗੀ ਤਰ੍ਹਾਂ ਕਬੀਰ ਜੀ ਦੀਆਂ ਮੁਸ਼ਕਾਂ, ਭਗਤ ਕਬੀਰ ਜੀ ਦੇ ਸਰੀਰ ਨੂੰ ਪੰਡ ਦੇ ਵਾਂਗ ਬੰਨ੍ਹ ਕੇ ਤੇ ਹਾਥੀ ਦੇ ਅੱਗੇ, ਹਾਥੀ ਦੇ ਪੈਰਾਂ ਦੇ ਅੱਗੇ ਕੁਚਲਣ ਦੇ ਵਾਸਤੇ ਵੀ ਸੁੱਟਿਆ ਗਿਆ। ਇਹਦਾ ਜ਼ਿਕਰ ਭਗਤ ਕਬੀਰ ਜੀ ਨੇ ਆਪ ਆਪਣੇ ਅੰਮ੍ਰਿਤਮਈ ਬਚਨਾਂ ਦੇ ਵਿੱਚ ਕੀਤਾ। ਕਹਿੰਦੇ ਕੁੰਚਰ ਪੂਟ ਲੈ ਲੈ ਨਮਸਕਾਰੈ, ਬੂਝੀ ਨਹੀਂ ਕਾਜੀ ਅੰਧਿਆਰੈ। ਹਾਥੀ ਦੇ ਪੈਰਾਂ ਦੇ ਅੱਗੇ ਕਹਿੰਦੇ ਮੈਨੂੰ ਸੁੱਟਿਆ ਗਿਆ ਤੇ ਜਿਹੜਾ ਹਾਥੀ ਹੈ ਮੈਨੂੰ ਪੈਰਾਂ ਦੇ ਥੱਲੇ ਕੁਚਲਣ ਦੀ ਬਜਾਏ ਮੇਰੀਆਂ ਮੁਸ਼ਕਾਂ ਬੰਨੀਆਂ ਨੇ, ਉਹ ਮੇਰੇ ਅੱਗੇ ਝੁਕਦਾ ਪਿਆ ਹੈ, ਆਪਣਾ ਸੀਸ ਝੁਕਾਉਂਦਾ ਪਿਆ ਹੈ। ਹਾਥੀ ਇੱਕ ਜਾਨਵਰ ਹੋਣ ਦੇ ਬਾਵਜੂਦ ਇਹ ਗੱਲ ਨੂੰ ਸਮਝ ਜਾਂਦਾ ਹੈ ਕਿ ਇਹ ਪਰਮਾਤਮਾ ਦਾ ਸੇਵਕ ਹੈ, ਇਹ ਨਿਰਦੋਸ਼ ਹੈ ਤੇ ਮੈਂ ਇਹਦਾ ਕਤਲ ਕਿਉਂ ਕਰਾਂ, ਮੈਂ ਇਹਨੂੰ ਕਿਉਂ ਮਾਰਾਂ। ਪਰ ਜਿਹੜਾ ਕਾਜੀ ਹੈ ਉਹ ਅਗਿਆਨਤਾ ਦੇ ਵਿੱਚ ਇੰਨਾ ਨਾ ਹੋਇਆ ਪਿਆ ਹੈ ਕਿ ਉਹਨੂੰ ਹਾਥੀ ਦੇ ਵੱਲ ਵੇਖ ਕੇ ਵੀ ਇਸ ਗੱਲ ਦੀ ਸਮਝ ਨਹੀਂ ਆਉਂਦੀ। ਸੋ ਇਸ ਤਰ੍ਹਾਂ ਦੇ ਨਾਲ ਕਬੀਰ ਜੀ ਦੇ ਉੱਪਰ ਇਹ ਤਸ਼ੱਦਦ ਵੀ ਕੀਤਾ ਗਿਆ, ਉਹਨਾਂ ਨੂੰ ਕੈਦ ਵੀ ਕੀਤਾ ਗਿਆ, ਸਜ਼ਾਏ ਮੌਤ ਦੇਣ ਦਾ ਯਤਨ ਵੀ ਕੀਤਾ ਗਿਆ। ਪਰ ਇਹਦੇ ਬਾਵਜੂਦ ਭਗਤ ਕਬੀਰ ਜੀ ਆਪਣੀ ਸਿਦਕ ਦੇ ਉੱਪਰ ਪਰਪੱਕ ਰਹੇ, ਕਾਇਮ ਰਹੇ, ਡੋਲੇ ਨਹੀਂ। ਉਹਨਾਂ ਨੇ ਕਰਮ ਕਾਂਡ, ਪਖੰਡ ਅਤੇ ਵਹਿਮ ਭਰਮ ਦਾ ਜ਼ੋਰਦਾਰ ਖੰਡਨ ਕਰਦਿਆਂ ਹੋਇਆਂ ਪਰਮਾਤਮਾ ਦਾ ਨਾਮ ਜਪਣ ਦੇ ਵਾਸਤੇ ਆਮ ਲੋਕਾਂ ਨੂੰ ਪ੍ਰੇਰਿਤ ਕੀਤਾ। ਇਹ ਪਾਵਨ ਬਚਨ ਨੇ ਕਬੀਰ ਜੀ ਦੇ। ਕਹਿੰਦੇ ਨਾਵਣ ਕਉ ਤੀਰਥ ਘਨੀ ਮਨ ਬੌਰਾ ਰੇ, ਪੂਜਨ ਕਉ ਬਹੁ ਦੇਵ
ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ, ਛੂਟਣ ਹਰ ਕੀ ਸੇਵ। ਕਹਿੰਦੇ ਨਹਾਉਣ ਦੇ ਵਾਸਤੇ, ਸਰੀਰ ਦੇ ਇਸ਼ਨਾਨ ਕਰਨ ਦੇ ਵਾਸਤੇ ਤੀਰਥ ਬਹੁਤ ਨੇ। ਜਿੱਥੇ ਮਰਜ਼ੀ ਜਾ ਕੇ ਤੁਸੀਂ ਤੀਰਥ ਦੇ ਜਲ ਦੇ ਵਿੱਚ ਇਸ਼ਨਾਨ ਕਰ ਸਕਦੇ ਹੋ, ਪਰ ਇੱਕ ਗੱਲ ਚੇਤੇ ਰੱਖੋ, ਛੁਟਕਾਰਾ ਤੀਰਥਾਂ 'ਤੇ ਜਾ ਕੇ ਜਲ ਦੇ ਵਿੱਚ ਸਰੀਰ ਦੀਆਂ ਪਾਣੀ ਦੇ ਵਿੱਚ ਚੁੱਭੀਆਂ ਲਵਾਉਣ ਦੇ ਨਾਲ ਨਹੀਂ ਹੋਣਾ। ਇਸੇ ਕਰਕੇ ਬਚਨ ਕਹਿਣਾ ਕਿ ਜਲ ਕੈ ਮੱਜਨ ਜੇ ਗਤ ਹੋਵੈ, ਨਿਤ ਨਿਤ ਮੇਂਢਕ ਨਹਾਵੈ, ਜੈਸੇ ਮੇਂਢਕ ਤੈਸੇ ਓਏ ਨਰ, ਫਿਰ ਜੋਨੀ ਆਵੈ। ਕਹਿੰਦੇ ਜੇ ਪਾਣੀ ਦੇ ਵਿੱਚ ਸਰੀਰ ਦੇ ਇਸ਼ਨਾਨ ਕਰਵਾਉਣ ਦੇ ਨਾਲ ਹੀ ਮੁਕਤੀ ਮਿਲਦੀ ਹੁੰਦੀ ਤੇ ਫਿਰ ਸਭ ਤੋਂ ਪਹਿਲਾਂ ਮੁਕਤੀ ਡੱਡੂਆਂ ਨੂੰ ਮਿਲਣੀ ਸੀ, ਜਿਹੜੇ ਰਹਿੰਦੇ 24 ਘੰਟੇ ਤੀਰਥਾਂ ਦੇ ਜਲ ਦੇ ਵਿੱਚ, ਤੀਰਥਾਂ ਦੇ ਪਾਣੀ ਦੇ ਵਿੱਚ ਨੇ। ਪਰ ਜਿਵੇਂ ਮੇਂਢਕ ਹੈ, ਜਿਵੇਂ ਡੱਡੂ ਹੈ, ਤਿਵੇਂ ਉਹ ਇਨਸਾਨ ਹੈ ਜਿਹੜਾ ਕੇਵਲ ਤੀਰਥਾਂ ਦੇ ਜਲ ਦੇ ਵਿੱਚ ਸਰੀਰ ਦੀਆਂ ਚੁੱਭੀਆਂ ਲਵਾ ਕੇ ਇਹ ਸਮਝਦਾ ਹੈ ਕਿ ਸ਼ਾਇਦ ਮੇਰੇ ਪਾਪ ਜਿਹੜੇ ਨੇ ਉਹ ਧੋਤੇ ਗਏ ਨੇ। ਇਹਦੇ ਨਾਲ ਛੁਟਕਾਰਾ ਨਹੀਂ। ਪੂਜਨ ਦੇ ਵਾਸਤੇ ਬਹੁਤ ਦੇਵਤੇ ਨੇ, ਪੂਜਨ ਕੋ ਬਹੁ ਦੇਵ, ਪਰ ਕਬੀਰ ਜੀ ਕਹਿੰਦੇ ਛੁਟਕਾਰਾ ਕੇਵਲ ਤੇ ਕੇਵਲ ਪਰਮਾਤਮਾ ਦਾ ਨਾਮ ਜਪ ਕੇ ਹੀ ਹੋ ਸਕਦਾ ਹੈ। ਕਹੋ ਕਬੀਰ ਛੂਟਣ ਨਹੀਂ ਮਨ ਬੌਰਾ ਰੇ, ਛੂਟਣ ਹਰ ਕੀ ਸੇਵ। ਇਹ ਕੇਵਲ ਪਰਮਾਤਮਾ ਦਾ ਨਾਮ ਜਪ ਕੇ ਹੀ ਛੁਟਕਾਰਾ ਹੈ। ਕਬੀਰ ਜੀ ਦੀ ਪਤਨੀ ਦਾ ਨਾਮ ਸੀ ਮਾਤਾ ਲੋਈ। ਅੱਗੇ ਉਹਨਾਂ ਦੀ ਸੰਤਾਨ, ਇੱਕ ਪੁੱਤਰ ਸੀ, ਇੱਕ ਧੀ, ਕਮਾਲਾ ਤੇ ਕਮਾਲੀ। ਸਾਰਾ ਜੀਵਨ ਇਸੇ ਤਰ੍ਹਾਂ ਭਗਤ ਕਬੀਰ ਜੀ ਨੇ ਪਰਮਾਤਮਾ ਦੀ ਬੰਦਗੀ ਕਰਦਿਆਂ ਤੇ ਕਿਰਤ ਕਰਦਿਆਂ ਬਤੀਤ ਕੀਤਾ। ਆਪਣੇ ਅੰਤਿਮ ਸਮੇਂ ਆ ਕੇ ਵੀ ਇੱਕ ਸਦੀਆਂ ਪੁਰਾਣੀ ਪ੍ਰਚਲਿਤ ਜਿਹੜੀ ਮਿੱਥ ਸੀ ਉਹਨੂੰ ਤੋੜਨ ਦਾ ਯਤਨ ਭਗਤ ਕਬੀਰ ਜੀ ਨੇ ਕੀਤਾ, ਜਿਸ ਕਰਕੇ ਅੰਤਿਮ ਸਮੇਂ ਆ ਕੇ ਭਗਤ ਕਬੀਰ ਜੀ ਨੇ ਬਨਾਰਸ ਨੂੰ ਛੱਡ ਕੇ ਮਗਹਰ ਨਗਰ ਦੇ ਵਿੱਚ ਨਿਵਾਸ ਕੀਤਾ। ਹੁਣ ਬਨਾਰਸ ਤੇ ਮਗਹਰ ਇਹ ਦੋ ਸ਼ਹਿਰ ਤੇ ਇਹਨਾਂ ਦੇ ਬਾਰੇ ਪ੍ਰਚਲਿਤ ਮਿੱਥ ਇਹ ਸੀ, ਜਿਹੜੀ ਇੱਕ ਕਾਲਪਨਿਕ ਮਨ ਘੜਤ ਜਿਹੜੀ ਮਿੱਥ ਪ੍ਰਚਲਿਤ ਕੀਤੀ ਗਈ ਸੀ। ਬਨਾਰਸ ਨੂੰ ਕਿਹਾ ਜਾਂਦਾ ਹੈ ਕਿ ਇਹ ਜਿਹੜਾ ਨਗਰ ਹੈ ਇਹ ਸ਼ਿਵ ਜੀ ਦਾ ਵਸਾਇਆ ਹੈ, ਇਸ ਕਰਕੇ ਦਾ ਪ੍ਰਚਲਿਤ ਨਾਮ ਪਹਿਲਾ ਜਿਹੜਾ ਸੀ ਕਬੀਰ ਜੀ ਦੇ ਸਮੇਂ, ਕਬੀਰ ਜੀ ਨੇ ਇਹਦਾ ਨਾਮ ਸ਼ਿਵਪੁਰੀ ਲਿਖਿਆ ਹੈ। ਤੇ ਜਿਹੜਾ ਮਗਹਰ ਹੈ ਇਹਨੂੰ ਕਿਹਾ ਜਾਂਦਾ ਹੈ ਕਿ ਇਹ ਸ਼ਿਵ ਜੀ ਦੇ ਪੁੱਤਰ ਗਣੇਸ਼ ਦਾ ਵਸਾਇਆ ਹੋਇਆ ਹੈ। ਤੇ ਇਹ ਪ੍ਰਚਲਿਤ ਕੀਤਾ ਗਿਆ ਕਿ ਜਿਹੜਾ ਬੰਦਾ ਬਨਾਰਸ ਦੇ ਵਿੱਚ ਆ ਕੇ ਆਪਣੇ ਪ੍ਰਾਣ ਤਿਆਗਦਾ ਹੈ ਉਹ ਸਿੱਧਾ ਸਵਰਗਾਂ ਨੂੰ ਜਾਂਦਾ ਹੈ, ਉਹਨੂੰ ਮੁਕਤੀ ਮਿਲਦੀ ਹੈ। ਤੇ ਜਿਹੜਾ ਇਨਸਾਨ ਮਗਹਰ ਦੇ ਵਿੱਚ ਵਸ ਕੇ ਉੱਥੇ ਜੇ ਕੋਈ ਸਰੀਰ ਤਿਆਗਦਾ ਹੈ ਤੇ ਉਹ ਖੋਤੇ ਦੀ ਜੂਨ ਦੇ ਵਿੱਚ ਪੈਂਦਾ ਹੈ। ਇਸੇ ਪ੍ਰਚਲਿਤ ਮਿੱਥ ਨੂੰ ਤੋੜਨ ਦੇ ਵਾਸਤੇ, ਲੋਕਾਂ ਨੂੰ ਇਹ ਸਮਝਾਉਣ ਦੇ ਵਾਸਤੇ ਕਿ ਮੁਕਤੀ ਕੇਵਲ ਪਰਮਾਤਮਾ ਦਾ ਨਾਮ ਜਪ ਕੇ ਹੀ ਮਿਲਣੀ ਹੈ। ਧਰਤੀ ਭਾਵੇਂ ਕੋਈ ਵੀ ਹੋਵੇ, ਭਾਵੇਂ ਉਹ ਮਗਹਰ ਹੈ, ਭਾਵੇਂ ਬਨਾਰਸ ਹੈ, ਜੇ ਨਾਮ ਨਹੀਂ ਜਪਿਆ ਤੇ ਛੁਟਕਾਰਾ ਬਨਾਰਸ ਦੇ ਵਿੱਚ ਮਰ ਕੇ ਵੀ ਨਹੀਂ ਹੋਣਾ। ਤੇ ਜੇ ਅਸੀਂ ਨਾਮ ਜਪਿਆ, ਪਰਮਾਤਮਾ ਦੀ ਬੰਦਗੀ ਕੀਤੀ ਹੈ, ਤੇ ਫਿਰ ਮਗਹਰ ਦੇ ਵਿੱਚ ਵਸ ਕੇ ਵੀ ਮੁਕਤੀ ਮਿਲ ਸਕਦੀ ਹੈ। ਇਸੇ ਕਰਕੇ ਫਿਰ ਬਨਾਰਸ ਛੱਡਿਆ, ਮਗਹਰ ਆ ਕੇ ਅੰਤਿਮ ਸਮੇਂ ਵਸ ਗਏ। ਪਾਂਡਿਆਂ ਦੇ ਵੱਲੋਂ ਮਜ਼ਾਕ ਵੀ ਉਡਾਇਆ ਗਿਆ ਕਬੀਰ ਜੀ ਦਾ, ਇਸ ਗੱਲ ਦਾ ਬਹੁਤ ਪ੍ਰਚਾਰ ਕੀਤਾ ਗਿਆ। ਭਗਤ ਕਬੀਰ ਜੀ ਨੇ ਆਪ ਇੱਕ ਪਾਵਨ ਸ਼ਬਦ ਉਚਾਰਨ ਕੀਤਾ, ਉਹਦੇ 'ਚ ਕਬੀਰ ਜੀ ਨੇ ਬਚਨ ਕਹੇ, ਕਹਿੰਦੇ ਜਿਉਂ ਜਲ ਛੋੜ ਬਾਹਰ ਭਇਓ ਮੀਨਾ, ਪੂਰਬ ਜਨਮ ਹਉ ਤਪ ਕਾਹੀਨਾ। ਕਹਿੰਦੇ ਇਹ ਪ੍ਰਮਾਤਮਾ ਮੇਰੇ ਬਾਰੇ ਇਹ ਪਾਂਡੇ ਇਹ ਗੱਲ ਆਖਦੇ ਨੇ, ਕਹਿੰਦੇ ਕਬੀਰ ਜੀ ਦੀ ਉਹ ਹਾਲਤ ਹੈ ਜਿਵੇਂ ਮੱਛੀ ਪਾਣੀ ਦੇ ਵਿੱਚੋਂ ਬਾਹਰ ਨਿਕਲ ਕੇ ਤੜਪਦੀ ਹੈ। ਪਾਣੀ ਛੱਡ ਦਿੱਤਾ ਹੈ, ਪਾਣੀ ਦੇ ਵਿੱਚੋਂ ਬਾਹਰ ਨਿਕਲ ਗਏ ਨੇ, ਭਾਵ ਬਨਾਰਸ ਸ਼ਹਿਰ ਛੱਡ ਦਿੱਤਾ ਹੈ, ਤੇ ਇਹ ਹੁਣ ਵਿਲਕਣਗੇ, ਮੱਛੀ ਦੇ ਵਾਂਗੇ ਤੜਪਣਗੇ ਮਗਹਰ ਦੇ ਵਿੱਚ ਜਾ ਕੇ। ਤੇ ਇੱਥੋਂ ਤੱਕ ਕਹਿੰਦੇ ਨੇ ਕਿ ਕਬੀਰ ਤਾਂ ਪੂਰਬਲੇ ਜਨਮਾਂ ਤੋਂ ਹੀ ਤਪ ਤੋਂ ਸਖਣਾ ਹੈ,
ਤਪ ਤੋਂ ਹੀਣਾ ਹੈ, ਜਿਸ ਕਰਕੇ ਇਹਦੀ ਇਹ ਦਸ਼ਾ ਹੋਈ ਹੈ ਕਿ ਅਖੀਰਲੇ ਸਮੇਂ ਦੇ ਵਿੱਚ ਜਦੋਂ ਸਰੀਰ ਪੂਰੀ ਤਰ੍ਹਾਂ ਬਿਰਧ ਹੋ ਚੁੱਕਿਆ ਹੈ, 100 ਸਾਲ ਤੋਂ ਉਮਰ ਟੱਪ ਚੁੱਕੀ ਹੈ, ਹੁਣ ਇਹ ਬਨਾਰਸ ਛੱਡ ਕੇ ਤੇ ਮਰਨ ਸਮੇਂ ਮਗਹਰ ਜਾ ਕੇ ਵਸ ਗਿਆ ਹੈ। ਅਬ ਕਹੋ ਰਾਮ ਕਵਨ ਗਤ ਮੋਰੀ, ਤਜੀ ਲੈ ਬਨਾਰਸ ਮਤ ਭਈ ਥੋਰੀ। ਕਹਿੰਦੇ ਮੇਰਾ ਕਿਵੇਂ ਛੁਟਕਾਰਾ ਹੋ ਸਕਦਾ ਹੈ? ਲੋਕ ਕਹਿੰਦੇ ਨੇ ਕਿ ਇਹਦੀ ਮੱਤ ਮਾਰੀ ਗਈ ਹੈ, ਇਹਨੇ ਬਨਾਰਸ ਤਿਆਗ ਦਿੱਤਾ ਹੈ। ਪਰ ਕਬੀਰ ਜੀ ਕਹਿੰਦੇ ਸਗਲ ਜਨਮ ਸ਼ਿਵਪੁਰੀ ਗਵਾਇਆ, ਮਰਤੀ ਬਾਰ ਮਗਹਰ ਉਠਾਇਆ। ਸਾਰਾ ਜਿਹੜਾ ਜਨਮ ਹੈ ਉਹ ਸ਼ਿਵਪੁਰੀ ਬਤੀਤ ਕੀਤਾ। ਜਦੋਂ ਮੁਕਤੀ ਮਿਲਣੀ ਹੈ ਉਸ ਮੌਕੇ ਪਾਂਡੇ ਕਹਿੰਦੇ ਨੇ ਕਿ ਕਬੀਰ ਮਗਹਰ ਜਾ ਕੇ ਵਸ ਗਿਆ ਹੈ। ਪਰ ਕਬੀਰ ਜੀ ਕਹਿੰਦੇ ਮੈਂ ਕਾਸ਼ੀ ਤੇ ਮਗਹਰ ਨੂੰ ਇੱਕ ਬਰਾਬਰ ਜਾਣਦਾ ਹਾਂ। ਮੈਂ ਇਹ ਸਮਝਦਾ ਹਾਂ ਕਿ ਹੋਸ਼ੀ ਭਗਤੀ ਜਿਹੜੀ ਹੈ ਉਹ ਕਦੇ ਵੀ ਸਾਡਾ ਪਾਰ ਉਤਾਰਾ ਨਹੀਂ ਕਰ ਸਕਦੀ। ਕਾਸ਼ੀ ਮਗਹਰ ਸਾਮ ਵਿਚਾਰੀ, ਹੋਸ਼ੀ ਭਗਤ ਕੈਸੇ ਉਤਰ ਸਪਾਰੀ। ਜੇ ਛੁਟਕਾਰਾ ਹੋਣਾ ਹੈ, ਮੁਕਤੀ ਮਿਲਣੀ ਹੈ, ਉਹ ਕੇਵਲ ਪਰਮਾਤਮਾ ਦੀ ਭਗਤੀ ਕਰਕੇ ਮਿਲਣੀ ਹੈ। ਜਿੱਥੇ ਮਰਜ਼ੀ ਜਾ ਕੇ, ਜਿਹੜੇ ਮਰਜ਼ੀ ਨਗਰ ਦੇ ਵਿੱਚ ਜਾ ਕੇ, ਜਿਹੜੀ ਮਰਜ਼ੀ ਧਰਤੀ 'ਤੇ ਜਾ ਕੇ ਇਨਸਾਨ ਰਹਿਣ ਲੱਗ ਜਾਏ, ਨਾਮ ਜਪਣ ਤੋਂ ਬਿਨਾਂ ਛੁਟਕਾਰਾ ਕਿਤੇ ਵੀ ਨਹੀਂ ਹੈ। ਕਬੀਰ ਜੀ ਨੇ ਅੰਤਿਮ ਸਮਾਂ ਜਿਹੜਾ ਹੈ ਉਹ ਮਗਹਰ ਦੇ ਵਿੱਚ ਨਿਵਾਸ ਕਰਕੇ ਬਤੀਤ ਕੀਤਾ। ਤੇ ਕੁਝ ਸਮਾਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਉਪਰਾਲਾ ਕਰਕੇ ਭਗਤ ਕਬੀਰ ਜੀ ਦੀ ਯਾਦ ਦੇ ਵਿੱਚ ਮਗਹਰ ਦੇ ਵਿੱਚ, ਜਿੱਥੇ ਕਬੀਰ ਜੀ ਨੇ ਸਰੀਰ ਤਿਆਗਿਆ ਸੀ, ਗੁਰਦੁਆਰਾ ਸਾਹਿਬ ਉੱਥੇ ਤਿਆਰ ਕੀਤਾ ਗਿਆ, ਸਥਾਪਿਤ ਕੀਤਾ ਗਿਆ ਕਬੀਰ ਜੀ ਦੀ ਯਾਦ ਦੇ ਵਿੱਚ। ਇਹਦੇ ਤੋਂ ਪਹਿਲਾਂ ਉੱਥੇ ਇੱਕ ਪੰਡਤ ਬੈਠਾ ਹੁੰਦਾ ਸੀ, ਇੱਕ ਮੌਲਵੀ ਬੈਠਾ ਹੁੰਦਾ ਸੀ। ਉਹ ਕਬੀਰ ਜੀ ਤੇ ਆਪੋ ਆਪਣਾ ਹੱਕ ਜਤਾ ਕੇ ਤੇ ਆਪਣਾ ਜਿਹੜਾ ਗੁਜ਼ਾਰਾ ਉਹ ਚਲਾ ਰਹੇ ਸੀਗੇ। ਸਾਰੀ ਉਮਰ ਭਾਵੇਂ ਜਿਉਂਦੇ ਜੀ ਕਬੀਰ ਜੀ ਦਾ ਮੌਲਵੀਆਂ ਨੇ ਵੀ ਵਿਰੋਧ ਕੀਤਾ ਤੇ ਪੰਡਤਾਂ ਨੇ ਵੀ ਵਿਰੋਧ ਕੀਤਾ, ਪਰ ਉਹਨਾਂ ਦੇ ਸਰੀਰ ਤਿਆਗਣ ਤੋਂ ਬਾਅਦ ਦੋਵਾਂ ਨੇ ਉਹਨਾਂ ਦੇ ਉੱਪਰ ਆਪਣਾ ਹੱਕ ਜਮਾਇਆ। ਤੇ ਵੱਖਰੇ ਤੌਰ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਲੋਂ ਗੁਰਦੁਆਰਾ ਸਾਹਿਬ ਉੱਥੇ ਕਬੀਰ ਜੀ ਦੀ ਯਾਦ ਦੇ ਵਿੱਚ ਉਸਾਰਿਆ ਗਿਆ ਹੈ, ਸਥਾਪਿਤ ਕੀਤਾ ਗਿਆ ਹੈ। 1398 ਈਸਵੀ ਦੇ ਵਿੱਚ ਭਗਤ ਕਬੀਰ ਜੀ ਦਾ ਜਨਮ ਹੈ ਤੇ 1518 ਈਸਵੀ ਦੇ ਵਿੱਚ ਭਗਤ ਕਬੀਰ ਜੀ ਦਾ ਤਕਰੀਬਨ 120 ਸਾਲ ਦੀ ਉਮਰ ਦੇ ਵਿੱਚ ਅਕਾਲ ਚਲਾਣਾ ਹੋਇਆ। ਸੋ ਇਹ ਭਗਤ ਕਬੀਰ ਜੀ ਦੇ ਜੀਵਨ ਦੀ ਸੰਖੇਪ ਜਿਹੀ ਵਿਚਾਰ ਆਪਾਂ ਕੀਤੀ ਹੈ। ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਨੀਆਂ ਜੀ। ਹੋਈਆਂ ਭੁੱਲਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।